परो आज कै काल, नानक हर गुण गाए ले। छाड़ सगल जंजाल, बेशुमार अथाह अगनत अतुल। ज्यों बुलावो त्यों नानक दास बोले। ज्यों बुलावो त्यों नानक दास बोले। परम सन्मान योग जुग हो जुग अटल शब्द गुरु। धन धन श्री गुरु ग्रंथ साहिब महाराज जी दी पावन हजूरी अंदर सचखंड वासी सत्कार सन्मान योग माता जसवंत कौर जी आनंद, जो पिछले समय सानू सारियां नू शरीरक तौर तो सदीवी विछोड़ा दे गए हैं, ते दर घर दी ये मर्यादा है कि प्राणी दी चढ़ाई तो उपरंत दोए हथ जोड़ श्री गुरु ग्रंथ साहिब दे अगे संगती रूप विच अरदास समागम होवे। कथा कीर्तन दे प्रवाह चलन ते संगत दी अरदास ये होवे कि देहो सज्जन असीसड़ियां, ज्यों होवे साहिब स्यों मेल। गुरबाणी कीर्तन गुरमुखा ने बैरागमई जुगत नाल कीता। आओ कुछ कु गुरमत विचारां, जितने भी शरीर जुड़ बैठे हो श्री गुरु ग्रंथ साहिब जी नू चुकाओ शीश। प्रेम अते सत्कार नाल गुरु बख्शी फतेह बुलाओ जी। वाहिगुरु जी का खालसा वाहिगुरु जी की फतेह। केवल नाम जपो रे प्राणी, केवल नाम जपो रे प्राणी, केवल सारे केवल नाम जपो रे प्राणी, केवल नाम जपो रे प्राणी, केवल नाम। परो एक की शरणा, परो एक की शरणा, परो एक की। केवल नाम जपो रे प्राणी, केवल नाम जपो रे प्राणी, केवल नाम। को काम ना आयो, को काम ना आयो, को काम ना। अंत बार नानक बिन हर जी, अंत बार नानक बिन हर जी, अंत बार नानक। को काम ना आयो, को काम ना आयो, को काम ना।
नानक कै घर केवल नाम, नानक कै घर केवल नाम, नानक कै घर केवल नाम जपो रे प्राणी, केवल नाम जपो रे प्राणी, केवल उच्चारण करो सतनाम श्री वाहेगुरु जी। फिर करो कृपा सतनाम श्री वाहेगुरु जी। जो उपज्यो सो बिनस है, परोह आज कै काल। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸਾਰੇ ਸੰਸਾਰ ਦਾ ਚਿੱਤਰ ਖਿੱਚਿਆ ਤੇ ਮਹਾਰਾਜ ਨੇ ਕਿਸੇ ਅਮੀਰ, ਕਿਸੇ ਗਰੀਬ, ਕਿਸੇ ਪਦਵੀ ਵਾਲੇ ਦੀ ਕੋਈ ਖਾਸ ਗੱਲ ਨਹੀਂ ਕੀਤੀ। ਮਹਾਰਾਜ ਨੇ ਸਾਰਿਆਂ ਨੂੰ ਇੱਕੋ ਕਲਾਵੇ ਵਿੱਚ ਲੈ ਕੇ ਕਹਿ ਦਿੱਤਾ, ਭਾਈ ਸੱਜਣਾ, ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਸੰਸਾਰ ਤੇ ਆਇਆ ਹੈ, ਆਇਆ ਬਾਅਦ ਵਿੱਚ ਹੈ। ਜਾਣ ਦੀ ਤਾਰੀਖ ਉਹਦੀ ਬਾਬਾ ਜੀ ਨੇ ਪਹਿਲਾਂ ਮੁਕਰਰ ਕੀਤੀ ਹੈ। ਮਹਾਰਾਜ ਜੀ, ਜੇ ਸੰਸਾਰ ਤੋਂ ਸਾਰਿਆਂ ਨੇ ਜਾਣਾ ਹੈ ਤੇ ਕੋਈ ਐਸੀ ਜੁਗਤ ਸਾਡੀ ਝੋਲੀ ਵਿੱਚ ਪਾਓ ਕਿ ਜੀਵਨ ਸਫਲ ਹੋ ਜਾਏ। ਗੁਰੂ ਤੇਗ ਬਹਾਦਰ ਜੀ ਨੇ ਨਾਲ ਦੀ ਪੰਕਤੀ ਵਿੱਚ ਜੁਗਤ ਪਾ ਦਿੱਤੀ ਕਿ ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਕੇਵਲ ਹਰੀ ਦੇ ਗੁਣਾਂ ਨੂੰ ਗਾ। ਇਹ ਇੱਕੋ ਇੱਕ ਐਸੀ ਜੁਗਤ ਹੈ ਜਿਹੜੀ ਪਰਮਾਤਮਾ ਦੇ ਘਰ ਵਿੱਚ ਆਪ ਸਹਾਈ ਹੋਵੇਗੀ। ਇਸ ਤੋਂ ਬਿਨਾਂ ਸੰਸਾਰ ਦਾ ਜਿਤਨਾ ਵੀ ਪਸਾਰਾ, ਦੇਖੋ ਬਾਣੀ ਵਿੱਚ ਇੱਕ ਸ਼ਬਦ ਹੈ ਕਿ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ। ਹੁਣ ਇੱਥੇ ਦਰਵਾਜੇ ਦਾ ਅਰਥ ਇਹ ਨਹੀਂ ਕਰਨਾ ਜਿਹੜਾ ਬੂਆ ਲੱਗਿਆ ਹੈ, ਨਹੀਂ। ਦਰਵਾਜੇ ਦਾ ਅਰਥ ਹੁੰਦਾ ਹੈ ਆਸਰਾ। ਮਹਾਰਾਜ ਕਹਿੰਦੇ ਨੇ ਜਿਤਨੀ ਮਰਜ਼ੀ ਉੱਚੀ ਪਦਵੀ ਦਾ ਕੋਈ ਆਸਰਾ ਲੈ ਲਵੇ, ਉਹਨੂੰ ਵੀ ਜਾਣਾ ਪਏਗਾ। ਜਿਤਨੀ ਮਰਜ਼ੀ ਭਰੀ ਹੋਈ ਤਿਜੋਰੀ ਦਾ ਆਸਰਾ ਲੈ ਲਵੇ, ਉਹਨੂੰ ਵੀ ਜਾਣਾ ਪਏਗਾ। ਜਿਤਨੇ ਮਰਜ਼ੀ ਸਾਗ ਸੰਬੰਧੀ ਬੰਦੇ ਦੇ ਹੋਣ, ਮਹਾਰਾਜ ਕਹਿੰਦੇ ਨੇ ਅੰਤ ਕਾਲ ਨੂੰ ਸੰਸਾਰ ਤੋਂ ਟੁਰਨਾ ਪਏਗਾ। ਤੇ ਮਹਾਰਾਜ ਜੀ ਇੱਕ ਕਿਰਪਾ ਸਾਡੇ ਤੇ ਕਰੋ। ਅਸੀਂ ਜਦੋਂ ਵੀ ਮੌਤ ਦਾ ਜ਼ਿਕਰ ਆਉਂਦਾ ਹੈ ਸਹਿਮ ਜਾਂਦੇ ਹਾਂ, ਡਰ ਜਾਂਦੇ ਹਾਂ। ਤੇ ਪਤਾ ਹੈ ਮਹਾਰਾਜ ਨੇ ਕੀ ਆਖਿਆ? ਸਾਹਿਬ ਕਹਿੰਦੇ ਨੇ ਉਹ ਮਨੁੱਖ ਡਰੇਗਾ ਜਿਸ ਕੋਲ ਰਾਹ ਦੀ ਪੂੰਜੀ ਨਹੀਂ ਹੋਏਗੀ, ਜਿਸ ਦੇ ਕੋਲ ਨਾਮ ਦੀ ਦਾਤ ਹੈ। ਮਹਾਰਾਜ ਕਹਿੰਦੇ ਨੇ ਉਹ ਡਰੇਗਾ ਨਹੀਂ। ਉਸ ਦੇ ਅੰਦਰ ਤੋਂ ਇਹ ਸ਼ਬਦ ਨਿਕਲਣਗੇ, ਮਨਾ ਕੀ ਹੋਇਆ ਜੇ ਮੌਤ ਆਏਗੀ? ਗੁਰੂ ਨਾਨਕ ਦੀ ਕਿਰਪਾ ਹੈ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨੇ। ਕਦੋਂ? ਜਦੋਂ ਜੀਵ ਦੇ ਪੱਲੇ ਵਿੱਚ ਹੈ ਸਤਨਾਮ ਸ੍ਰੀ ਵਾਹਿਗੁਰੂ। ਤੇ ਸੰਸਾਰ ਦੀ ਹਕੀਕਤ ਮਹਾਰਾਜ ਨੇ ਦੱਸੀ। ਜਾਂ ਤਾਂ ਪ੍ਰਾਣੀ ਆਪਣੇ ਸਰੀਰ ਤੇ ਮਾਣ ਕਰਦਾ ਹੈ, ਮੈਂ ਇਹ ਕੀਤਾ, ਮੇਰੇ ਵਰਗਾ ਕੋਈ ਨਹੀਂ। ਜਾਂ ਬੰਦਾ ਆਪਣੀ ਪ੍ਰੋਪਰਟੀ ਤੇ ਮਾਣ ਕਰਦਾ ਹੈ, ਮੈਂ ਏਡੇ ਲੱਖ ਦੀ, ਏਡੇ ਕਰੋੜਾਂ ਦੀ ਛੱਡੀ। ਮਹਾਰਾਜ ਨੇ ਦੋਵੇਂ ਗੱਲਾਂ ਕਹਿ ਦਿੱਤੀਆਂ। ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ। ਸਰੀਰ ਦਾ ਮਾਣ ਨਾ ਕਰੀ, ਕਿਉਂਕਿ ਆਜ ਕਾਲ ਤਜ ਜਾਹੋਗੇ ਜਿਉ ਕਾਚੁਰੀ ਭੁਯੰਗ। ਜਿਹੜੀ ਸੱਪ ਦੇ ਉੱਤੇ ਕਾਂਚਰੀ ਚਿੱਟੇ ਰੰਗ ਦੀ ਹੁੰਦੀ ਹੈ, ਉਹ ਉਹਨੂੰ ਛੱਡ ਕੇ ਟੁਰ ਜਾਂਦਾ ਹੈ। ਤੇਰੀ ਜੀਵ ਆਤਮਾ ਇੰਜ ਟੁਰ ਜਾਏਗੀ। 3.5 ਮਣ ਦੀ ਦੇਈ ਇੱਥੇ ਪਈ ਰਹੇਗੀ, ਅੰਦਰ ਦਾ ਭੌਰ ਉਡਾਰੀ ਮਾਰ ਕੇ ਸੱਚਖੰਡ ਦੇ ਦੇਸ਼ ਵਿੱਚ ਚਲਿਆ ਜਾਏਗਾ। ਬਸ ਇੱਕ ਕੰਮ ਕਰੀ, ਜਿਹੜਾ ਭੌਰ ਸੱਚਖੰਡ ਨੂੰ ਜਾਏਗਾ, ਜਦੋਂ ਤੱਕ ਜੀਂਦਾ ਰਵੇਂ
ਕਿਤੇ ਅੰਮ੍ਰਿਤ ਵੇਲੇ ਉੱਠ ਕੇ ਜਪ ਲਵੀਂ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਗੁਰਮੁਖੋ ਹੋਰ ਕੋਈ ਤਰੀਕਾ ਨਹੀਂ ਹੈ। ਇਸ ਗੱਲ ਨੂੰ ਜਿਹੜੇ ਮਰਜ਼ੀ ਢੰਗ ਨਾਲ ਆਪਾਂ ਕਹਿ ਲਈਏ, ਪਰ ਅਖੀਰ ਤੇ ਗੱਲ ਨਾਮ ਤੇ ਆ ਕੇ ਹੀ ਮੁਕੇਗੀ। ਧੰਨ ਗੁਰੂ ਨਾਨਕ ਬਾਬਾ ਜੀ ਜਿਸ ਵੇਲੇ ਕਰਨਾਲ ਦੀ ਧਰਤੀ ਤੇ ਉਹਨਾਂ ਪ੍ਰਚਾਰ ਕੀਤਾ ਤੇ ਮਹਾਰਾਜ ਨੂੰ ਇੱਕ ਪੀਰ ਮਿਲਿਆ, ਉਹਦਾ ਨਾਮ ਸੀ ਪੀਰ ਸ਼ਰਫ। ਬੜੀ ਨਾਮ ਜਪਣ ਵਾਲੀ ਰੂਹ, ਬੜੀ ਬੰਦਗੀ ਵਾਲੀ ਰੂਹ ਬਾਬਾ ਨਾਨਕ ਜੀ ਨੂੰ ਮਿਲਿਆ ਤੇ ਉਹਨੇ ਇੱਕ ਸ਼ਬਦ ਕਿਹਾ ਸੀ। ਕਹਿਣ ਲੱਗਾ, ਬਾਬਾ ਜੀ ਤੁਮਾਰ ਮੁਕਾਮ ਕੁਜ਼ਾਂ, ਕਿ ਬਾਬਾ ਜੀ ਤੁਹਾਡਾ ਟਿਕਾਣਾ ਕਿੱਥੇ ਹੈ, ਕਿੱਥੇ ਰਹਿੰਦੇ ਹੋ? ਗੁਰੂ ਨਾਨਕ ਬਾਬੇ ਨੇ ਆਤਮਿਕ ਉਪਦੇਸ਼ ਕਿਹਾ ਕਿ ਪੀਰ ਜੀ ਮੈਂ ਬਣਾਇਆ ਨਹੀਂ, ਮੈਂ ਟਿਕਾਣਾ ਬਣਾਇਆ ਨਹੀਂ। ਕਹਿੰਦਾ ਬਾਬਾ ਜੀ ਤੁਸੀਂ ਝੂਠ ਬੋਲਦੇ ਹੋ, ਟਿਕਾਣਾ ਤਾਂ ਕਿਤੇ ਨਾ ਕਿਤੇ ਬੰਦੇ ਦਾ ਹੁੰਦਾ ਹੈ। ਮਹਾਰਾਜ ਨੇ ਉੱਤੇ ਸ਼ਬਦ ਉਚਾਰਿਆ ਸੀ, ਦਿਨ ਰਵ ਚਲੈ ਨਿਸ ਸਸ ਚਲੈ, ਤਾਰਕਾ ਲਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਕਹਿੰਦੇ ਭਲਿਆ ਤੂੰ ਮੁਕਾਮ ਟਿਕਾਣੇ ਦੀ ਗੱਲ ਕਰਨਾ ਹੈ, ਇੱਥੇ ਸੰਸਾਰ ਤੇ ਪੱਕਾ ਟਿਕਾਣਾ ਕਿਸੇ ਦਾ ਵੀ ਨਹੀਂ। ਮੁਕਾਮ ਸਾਰਿਆਂ ਦਾ ਅੱਲਾ ਦਾ ਦਰਬਾਰ ਹੈ। ਜਿਹੜਾ ਜਪ ਕੇ ਜਾਏਗਾ ਉਹਦਾ ਮੁਕਾਮ ਗੁਰੂ ਨਾਨਕ ਦੇ ਚਰਨਾਂ ਵਿੱਚ ਹੋਏਗਾ। ਭਾਈ ਮਰਦਾਨਾ ਜੀ ਨੇ 54 ਸਾਲ ਸੰਗਤ ਕੀਤੀ ਗੁਰੂ ਨਾਨਕ ਦੀ। ਜਿਸ ਵੇਲੇ ਅਖੀਰਲੇ ਸਵਾਸ ਤੇ ਰਵਾਬ ਵਜਾਉਣ ਦਾ ਯਤਨ ਕੀਤਾ ਮਰਦਾਨਾ ਜੀ ਨੇ, ਰਵਾਬ ਵੱਜੀ ਨਹੀਂ। ਗੁਰੂ ਨਾਨਕ ਬਾਬੇ ਨੇ ਰਵਾਬ ਆਪਣੇ ਹੱਥ ਵਿੱਚ ਲੈ ਲਈ। ਕਹਿੰਦੇ ਮਰਦਾਨਿਆਂ ਛੱਡ, ਜੇ ਰਵਾਬ ਨਹੀਂ ਵੱਜਦੀ ਕੋਈ ਗੱਲ ਨਹੀਂ। ਸਤਿਗੁਰੂ ਮਹਾਰਾਜ ਨੇ ਵੇਖਿਆ ਮਰਦਾਨਾ ਜੀ ਡਿੱਗ ਪਏ। ਡਿੱਗੇ, ਗੁਰੂ ਨਾਨਕ ਬਾਬਾ ਜੀ ਨੇ ਗੋਦੀ ਵਿੱਚ ਲੈ ਲਿਆ। ਕਹਿਣ ਲੱਗੇ ਮਰਦਾਨਿਆਂ ਤੂੰ ਮੇਰਾ ਭਰਾ, ਤੂੰ ਮੇਰਾ ਯਾਰ, ਤੂੰ ਮੇਰਾ ਮੁਰੀਦ, ਤੂੰ ਮੇਰਾ ਸਭ ਕੁਝ। ਜਿਤਨੀ ਸੰਗਤ ਤੂੰ ਮੇਰੀ ਕੀਤੀ, ਇਤਨੀ ਸੰਗਤ ਨਾ ਮੇਰੇ ਬੱਚਿਆਂ ਕੀਤੀ, ਨਾ ਮੇਰੀ ਘਰਵਾਲੀ ਨੇ ਕੀਤੀ, ਨਾ ਮੇਰੇ ਮਾਤਾ ਪਿਤਾ ਨੇ ਕੀਤੀ। ਤੂੰ 54 ਸਾਲ ਮੇਰੇ ਨਾਲ ਰਿਹਾ ਹੈ। ਦੇਖ ਮਰਦਾਨਿਆਂ ਤੂੰ ਕਹੇਂ ਤੇਰੀ ਕੋਈ ਮਸਜਿਦ ਬਣਵਾ ਦਿਆਂ, ਤੂੰ ਕਵੇਂ ਤੇਰੀ ਕਿਤੇ ਕਬਰ ਬਣਵਾ ਦਿਆਂ, ਕੋਈ ਪੱਥਰ ਲਗਵਾ ਦਿਆਂ, ਲੋਕ ਤੈਨੂੰ ਪੂਜਣਗੇ। ਪਤਾ ਹੈ ਭਾਈ ਮਰਦਾਨੇ ਨੇ ਕੀ ਸ਼ਬਦ ਕਿਹਾ? ਕਹਿੰਦੇ ਬਾਬਾ ਨਾਨਕ ਜੀ ਬੜੀ ਮੁਸ਼ਕਲ ਨਾਲ ਤੇਰੇ ਸ਼ਬਦ ਦੀ ਕਿਰਪਾ ਦਾ ਸਦਕਾ ਮੈਂ ਸਰੀਰ ਦੀ ਕਬਰ ਵਿੱਚੋਂ ਨਿਕਲਣ ਲੱਗਿਆ ਵਾਂ, ਮੈਨੂੰ ਪੱਥਰਾਂ ਦੀ ਕਬਰ ਵਿੱਚ ਨਾ ਪਾ, ਆਪਣੇ ਸ਼ਬਦ ਦੀ ਕਿਰਪਾ ਨਾਲ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ ਦੇ। ਜਿਸ ਵੇਲੇ ਸਿੱਖ ਨੂੰ ਇਹ ਸਮਝ ਆ ਗਈ ਨਾ ਕਿ ਅਤੇ ਪੱਥਰਾਂ ਤੇ ਨਾਮ ਲਿਖਾਉਣ ਨਾਲ ਕੁਝ ਨਹੀਂ ਹੋਣਾ, ਜੇ ਨਾਮ ਲਿਖਾਣਾ ਹੈ ਗੁਰੂ ਨਾਨਕ ਦੇ ਚਰਨਾਂ ਵਿੱਚ ਲਿਖਾ ਲਈਏ ਗੁਰਮੁਖੋ, ਤੇ ਗੁਰੂ ਕੇ ਚਰਨਾਂ ਵਿੱਚ ਕੇਵਲ ਉਹਦਾ ਨਾਮ ਲਿਖਿਆ ਜਾਏਗਾ ਜਿਹੜਾ ਜਪੇਗਾ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤ ਮਹਾਰਾਜ ਨੇ ਜਦੋਂ ਮਨੁੱਖ ਵੱਲ ਵੇਖਿਆ ਤੇ ਸਤਿਗੁਰੂ ਜੀ ਕਹਿਣ ਲੱਗੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਕਹਿੰਦੇ ਦੇਖੋ ਕਿਵੇਂ ਇਹ ਨੱਚਦਾ ਹੈ, ਕਦੇ ਹੱਸਦਾ ਹੈ, ਕਦੇ ਰੋਂ ਪੈਂਦਾ ਹੈ, ਕਦੇ ਇਹਨੂੰ ਕ੍ਰੋਧ ਆ ਜਾਂਦਾ ਹੈ, ਕਦੇ ਇਹ ਬਲਹਾਰ ਹੋ ਜਾਂਦਾ ਹੈ। ਇੱਕ ਦਿਨ ਵਿੱਚ ਪਤਾ ਨਹੀਂ ਕਿਤਨੇ ਰੂਪ ਇਹ ਬਦਲਦਾ ਹੈ। ਪਰ ਬਾਬਾ ਜੀ ਕਹਿੰਦੇ ਨੇ ਹੈ ਇਹ ਮੱਟੀ ਦਾ ਪੁਤਲਾ, ਦੇਖੈ ਦੇਖੈ ਸੁਨੈ ਬੋਲੇ ਦੋਰਿਓ ਫਿਰਤ ਹੈ। ਤੇ ਬਾਬਾ ਜੀ ਕਹਿੰਦੇ ਨੇ ਪਤਾ ਹੈ ਇਹਦੀ ਫਿਤਰਤ ਕੀ ਹੈ? ਜਬ ਕਛ ਪਾਵੈ ਤਬ ਗਰਭ ਕਰਤ ਹੈ। ਜਦੋਂ ਇਹਨੂੰ ਪੁੱਠਿਆਂ ਸਿੱਧਿਆਂ ਕੁਝ ਮਿਲ ਜਾਏ ਸਹੀ, ਬਾਬਾ ਜੀ ਕਹਿੰਦੇ ਨੇ ਐਂਡੋ ਟੇਂਡੋ ਜਾਤ, ਇਹਦੀ ਚਾਲ ਬਦਲ ਜਾਂਦੀ ਹੈ, ਬੰਦੇ ਦੀ ਟੋਰ ਬਦਲ ਜਾਂਦੀ ਹੈ, ਉਹਦੇ ਤੁਰਨ ਦਾ ਢੰਗ ਬਦਲ ਜਾਂਦਾ ਹੈ, ਇਹਦੀ ਤੋਰ ਅਹੰਕਾਰ ਵਾਲੀ ਹੋ ਜਾਂਦੀ ਹੈ।
पर महाराज कहते ने बहुता समा नहीं लगता, माया गई तब रोवन लगत है। जेड़ा बंदा कल तक ठाके मार मार हसदा सी, जदों कोलों माया टुरी ते बंदा परत के रो पिया। साहिब जी कहते ने मैं अपने सिख नूं हौमे विच हसना भी नहीं सिखाया, मैं अपने सिख नूं दुख विच रोना भी नहीं सिखाया। जिस दिन ऐदे पल्ले खुशी होवे उस दिन भी कवे दाता ये तेरी बख्शी है, जिस दिन ऐदे पल्ले दुख होवे उस दिन कवे दाता ये भी तेरा बख्शिया है। मैं दुख सुख वल नहीं वेखना, मैं तेरे वल वेखना है, इसनूं देण वाला कौन है। इस करके जदों महाराज ने सानू बाणी विच संसार दे सारे तरीकिਆਂ नाल समझा दिता, गुरु के ऐसे ऐसे सिख भी होए ने भाई भिखारी वर्गे, जिन्हां नूं पता भी सी कि मौत आनी है पुत्र दी, उन्हां तप्पड़ भी विछाना शुरू कर दिता, बनाना शुरू कर दिता। जिस वेले बच्चे दी मौत होई ते लोकां ने आके कहा भिखारी जी तुहानूं पता सी मौत हो जाएगी? कहंदे हाँ मैनूं पता सी मौत हो जाएगी। कहंदे फिर तुसीं रोकिया क्यों ना? कहंदे मैं तां नहीं रोकिया क्योंकि अज नहीं ते परत जाना ते है ही है। मैं ते गुरु अर्जुन साहिब महाराज कोलों एक दात मंगी, दाता एक कृपा करी, जदों मेरे घर ये जम्मिया ते मेरी रसना ते तेरा जपजी सी, जिस दिन ये टुरन वास्ते भी होवे तेरी जपजी साहिब दी कलाम मेरी रसना ते उदों भी होवे। सिख नूं एडा उच्चा महाराज ने दर्जा बख्शिश कीता है। सतगुरु महाराज ने ना इनू अहंकार विच हसना सिखाया, ना महाराज ने इनू दुखां विच रोना सिखाया। महाराज ने ते एक गल कही, ओ प्राणी बार बार ये जीवन नहीं मिलना, तू संगत गुरु की कर। मैं 1 मिनट लैके समाप्ति करांगा, समा हो चलिया। महाराज ने कहा तैनू बार बार संगत नहीं मिलनी, तू डुब जाएगा, संगत गुरु की कर। महाराज जी ने जदों ये कहा ते बंदा कहन लगा महाराज मैं किवें डुब जावांगा? साहिब कहन लगे तू है लोहे वर्गा, ते लोहे दी किल पानी विच पा दिओ, बस पाओ ते नाल ही वो डुब गई। बंदिया तेरे कर्म ने डुबण वाले। हुण जे ओही लोहे दी किल तुसी लक्कड़ दे फट्टे नाल लगा दिओ, जितना मर्जी समुंदर छाला मार लए, लक्कड़ नूं कदे नहीं जे डोब सकदा। बंदिया जिस दिन गुरु की बख्शिश लक्कड़ बन के तेरे कर्मा नाल आके जुड़ जाएगी, जितना मर्जी कलयुग छाला मार ले तैनू कदे नहीं जे डोब सकदा। दूजी गल महाराज ने कही, कहंदे अहंकार ते तृष्णा दी अग विच तू जल रहा है अपने कर्मा करके, गुरु की बख्शिश लै तेरा बचा हो जाएगा। महाराज मेरा बचा किवें हो सकता है? महाराज कहन लगे कदे रूह वल वेख, रूह नूं जरा जी चिंगड़ लग जे ते एकदम भांबड़ मच जाते ने। कहंदे भलिया एक काम कर, रूह दी बना वट्टी, ओनू पा दे दीवे विच ते ओदे विच पा दे तेल, सारी रात तेल जलदा रहेगा, तेरी रूह नहीं सड़ेगी। इसदा भाव जदों रूह कल्ली सी ते अग ने ओनू साड़ के रख दिता, जिस वेले रूह ने दीवे दी गोदी दा आनंद माणिया, अग ओनू साड़ नहीं सकी। जिस दिन गुर नानक दी गोद दा आनंद माण लएगा, भलिया ये मौत भी तैनू डरा नहीं सकती, क्योंकि जीवत मुकंदे मरत मुकंदे ताके सेवक को सदा आनंदे। मौत आए जा जन्म होवे, सिख दा आनंद सदा वास्ते है, इसदा आनंद कदे भी घट नहीं सकता, क्योंकि इसदा प्रेम परम पिता परमेश्वर दे नाल है, जो आप ना ओ मरै ना होवै सोग, देंदा रहे ना चूकै भोग। असी उस दे लड़ लगे हाँ
ਜਿਹੜਾ ਆਪ ਨਹੀਂ ਕਦੇ ਮਰਦਾ, ਜਿਸ ਦਾ ਆਪ ਸੋਗ ਕਦੇ ਨਹੀਂ ਹੁੰਦਾ। ਦਾਤਾ ਜੀ ਇਹ ਸਰੀਰਾਂ ਦੀਆਂ ਖੇਡਾਂ ਨੇ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਬਾਬਾ ਜੀ ਕਹਿੰਦੇ ਨੇ ਕੌਣ ਮੂਆ ਰੇ ਕੌਣ ਮੂਆ। ਅੱਗ ਅੱਗ ਵਿੱਚ ਮਿਲ ਗਈ, ਪਾਣੀ ਪਾਣੀ ਵਿੱਚ ਮਿਲ ਗਿਆ, ਪਵਨ ਪਵਨ ਵਿੱਚ ਮਿਲ ਗਈ, ਮੱਟੀ ਮੱਟੀ ਵਿੱਚ ਮਿਲ ਗਈ। ਕੌਣ ਮੂਆ? ਆਖੇ ਜੀ ਫਲਾਣਾ ਬੰਦਾ। ਕਹਿੰਦੇ ਉਹ ਮਰਿਆ ਨਹੀਂ, ਉਸਨੇ ਜੀਂਦਿਆਂ ਗੁਰੂ ਨਾਨਕ ਦੀ ਸੰਗਤ ਕੀਤੀ ਸੀ। ਅੰਦਰ ਦੀਆਂ ਅੱਖਾਂ ਨਾਲ ਵੇਖ, ਉਹ ਗੁਰੂ ਨਾਨਕ ਦੇ ਸੱਚਖੰਡ ਵਿੱਚ ਵਿਰਾਜਮਾਨ ਹੈ। ਇਸ ਕਰਕੇ ਗੁਰਸਿੱਖੋ, ਗੁਰੂ ਬਾਬਾ ਜੀ ਨੇ ਸਾਨੂੰ ਐਸੀ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਮੈਂ ਕਹਿੰਦਾ ਜਿਹੜਾ ਬੰਦਾ ਗੁਰੂ ਕੀ ਬਾਣੀ ਨੂੰ ਭਿੱਜ ਕੇ ਪੜ੍ਹ ਲਏਗਾ ਨਾ, ਫਿਰ ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ ਹੋ ਜਾਏਗਾ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਵਿਛੜੀ ਹੋਈ ਰੂਹ ਨੂੰ ਸਦੀ ਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ। ਸਮੂਹ ਆਨੰਦ ਪਰਿਵਾਰ, ਤਿਨਾਂ ਦੇ ਚਾਰੇ ਫਰਜ਼ੰਦ, ਆਪ ਗੁਰੂ ਨੂੰ ਮੰਨਣ ਵਾਲੇ, ਗੁਰੂ ਚਰਨਾਂ ਵਿੱਚ ਜੁੜੇ ਹੋਏ, ਮਾਤਾ ਜਸਵੰਤ ਕੌਰ ਜੀ ਆਨੰਦ, ਆਪ ਉਹਨਾਂ ਸੰਗਤ ਕੀਤੀ ਗੁਰੂ ਕੀ, ਆਪ ਸੇਵਾ ਕੀਤੀ। ਸੱਚੇ ਪਾਤਸ਼ਾਹ ਜੀ ਅਰਦਾਸ ਕਰਾਂਗੇ, ਕਿਉਂਕਿ ਗੁਰੂ ਨੇ ਸਾਨੂੰ ਰੋਜ਼ ਇਹ ਸਮਝਾਇਆ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ, ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ। ਤੇ ਬਾਬਾ ਜੀ ਸਾਨੂੰ ਰੋਜ਼ ਕਹਿੰਦੇ ਨੇ ਔਦ ਘਟੈ ਦਿਨਸ ਰਹਿਣ ਆਰੇ। ਤੇ ਮਹਾਰਾਜ ਕੀ ਕਰਾਂ? ਕਹਿੰਦੇ ਮਨ ਗੁਰ ਮਿਲ ਕਾਜ ਸਵਾਰੇ। ਜਿਸ ਕਾਰਜ ਲਈ ਆਇਆ ਹੈ ਸੋ ਕਾਰਜ ਨੂੰ ਸਵਾਰ ਲੈ। ਸੱਚੇ ਪਾਤਸ਼ਾਹ ਮਿਹਰ ਕਰਨ, ਵਿਛੜੀ ਰੂਹ ਨੂੰ ਸਦੀ ਵੀ ਕਾਲ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ। ਇਹ ਟੁਡਿਆਲ ਦਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ। ਇੱਥੋਂ ਇੰਨਾ ਸਨੇਹ, ਇੰਨਾ ਪ੍ਰੇਮ ਮੇਰੀ ਝੋਲੀ ਵਿੱਚ ਪਿਆ ਹੈ, ਸ਼ਾਇਦ ਆਪਣੇ ਪਰਿਵਾਰ ਵਿੱਚੋਂ ਵੀ ਇੰਨਾ ਨਾ ਮਿਲਿਆ ਹੋਵੇ। ਤਹਿ ਦਿਲ ਤੋਂ ਧੰਨਵਾਦੀ ਹਾਂ ਸਮੂਹ ਪ੍ਰਬੰਧਕ ਸਾਹਿਬਾਨ, ਜਿਨ੍ਹਾਂ ਅਥਾ ਪਿਆਰ ਬਖਸ਼ਿਸ਼ ਕੀਤਾ ਤੇ ਦਾਸ ਨੂੰ ਹਾਜ਼ਰੀ ਭਰਨ ਦਾ ਇਹ ਸਮਾਂ ਆਪ ਸੰਗਤ ਦੇ ਦਰਸ਼ਨ ਦੀਦਾਰੇ ਹੋਏ। ਇਤਨੀ ਕੋ ਸੇਵਾ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਬਖਸ਼ੋ। ਆਓ ਹੁਣ ਆਨੰਦ ਸਾਹਿਬ ਜੀ ਦਾ ਇੱਕ ਗੱਡੀ ਹੈ ਜੀ 6896 ਰੈਡ ਕਲਰ ਦੀ ਹੈ ਜੀ, ਈਕੋ ਸਪੋਰਟ। ਜਨਾਦੀ ਹੋਵੇ ਉਹਨੂੰ ਉੱਥੋਂ ਹਟਾ ਲੈਣ, ਚੱਲਣ ਵਾਲਿਆਂ ਨੂੰ ਕੁਝ ਪਰੇਸ਼ਾਨੀ ਹੈ ਜੀ। ਸੋ ਆਪ ਸੰਗਤ ਜੀ ਅਸੀਸ ਬਖਸ਼ਿਸ਼ ਕਰੋ। ਆਓ ਆਨੰਦ ਸਾਹਿਬ ਜੀ ਦਾ ਪਾਠ ਹੋਵੇਗਾ। ਮੁੜ ਅਰਦਾਸ ਦੀ ਹਾਜ਼ਰੀ ਦਰ ਘਰ ਦੀ ਮਰਿਆਦਾ ਅਨੁਸਾਰ ਹੋਏਗੀ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕੋ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਡਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ ਅੰਗੀਕਾਰੋ। ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਭਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜ।
ਕਾਲਾ ਜਿਤ ਕਰਤਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਦੁਰ ਕਰਮ ਪਾਇਆ। ਤੁਧ ਜਨ ਕੋ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਨੋ ਵਡ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨਿਤ। ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ ਸ਼ਲੋ ਪਉਣ ਗੁਰੂ। ਪਾਣੀ ਪਿਤਾ ਮਾਤਾ ਧਰਤ ਮਾਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ ਚੰਗਿਆਈਆਂ। ਬੁਰਿਆਈਆਂ ਵਾਚੈ ਧਰਮ ਮਧੁਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਖੇਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ